ਵਿਚਾਰਾਂ ਕਰਨੀ ਹੈ। ਭਾਵੇਂ ਕਿ ਧੰਨ ਗੁਰੂ ਅਮਰਦਾਸ ਮਹਾਰਾਜ ਜੀਆਂ ਦਾ ਪ੍ਰਕਾਸ਼ ਬਾਸਰਕੇ ਦੀ ਧਰਤੀ ਦੇ ਉੱਪਰ ਪਿਤਾ ਤੇਜਭਾਨ, ਮਾਤਾ ਲక్ష్ਮੀ ਜੀ, ਉਹਨਾਂ ਦੇ ਗ੍ਰਹਿ ਵਿਖੇ ਬਾਸਰਕੇ ਦੀ ਧਰਤੀ ਦੇ ਵਿੱਚ 1479 ਦੇ ਅੰਦਰ ਵਿਸਾਖ ਸੁਦੀ ਨੂੰ ਹੁੰਦਾ ਹੈ। ਪਿਤਾ ਪੁਰਖੀ ਖੇਤੀਬਾੜੀ ਦਾ ਕੰਮ ਪਰਿਵਾਰ ਦੇ ਵਿੱਚ ਸਭ ਤੋਂ ਵੱਡੇ ਸੀ ਬਾਬਾ ਅਮਰਦਾਸ ਜੀ। ਤੇ ਇਤਿਹਾਸ ਦੇ ਵਿੱਚੋਂ ਜ਼ਿਕਰ ਮਿਲਦਾ ਹੈ ਕਿ ਸਾਰੀਆਂ ਜ਼ਿੰਮੇਵਾਰੀਆਂ ਆਪ ਨਿਭਾਈਆਂ, ਆਪਣੇ ਤੋਂ ਛੋਟੇ ਭੈਣ ਭਰਾਵਾਂ ਸਾਰਿਆਂ ਦੇ ਵਿਆਹ ਕਾਰਜ ਆਪ ਕੀਤੇ। ਤੇ ਫਿਰ ਪਿਤਾ ਤੇਜਭਾਨ ਦੇ ਕਹਿਣ ਦੇ ਉੱਪਰ ਵੀ ਵੇਖੋ ਤੁਸੀਂ ਸਾਰੀ ਜ਼ਿੰਮੇਵਾਰੀ ਨਿਭਾ ਲਈ ਹੈ, ਹੁਣ ਅਸੀਂ ਚਾਹੁੰਦੇ ਵੀ ਤੁਹਾਡਾ ਵੀ ਵਿਆਹ ਹੋ ਜਾਵੇ। ਆਪ ਸਭ ਤੋਂ ਬਾਅਦ ਵਿੱਚ ਵਿਆਹ ਕਰਾਇਆ ਜਿਹੜਾ ਸੀ ਬਾਬੇ ਅਮਰਦਾਸ ਨੇ। ਫਿਰ ਜਿਵੇਂ ਪਿਤਾ ਜੀ ਜਿਹੜੇ ਸੀ ਉਹ ਵੈਸ਼ਨੋ ਦੇਵੀ ਦੇ ਜਾਂਦੇ ਨੇ, ਇਸੇ ਤਰ੍ਹਾਂ ਬਾਬਾ ਅਮਰਦਾਸ ਜੀ ਵੀ ਜਾਂਦੇ ਹੈ। ਤੇ ਇੱਕ ਗੁਰੂ ਅਮਰਦਾਸ ਮਹਾਰਾਜ ਜੀ ਦੇ ਜੀਵਨ ਦੇ ਵਿੱਚੋਂ ਜਦੋਂ ਆਪਾਂ ਪੜ੍ਹਦੇ ਹਾਂ ਤੇ ਇੱਕ ਬੜਾ ਵੱਡਾ ਭੁਲੇਖਾ ਦੂਰ ਹੁੰਦਾ ਹੈ। ਅੱਜ ਵੀ ਨਾ ਸਾਡੇ ਮਨਾਂ ਦੇ ਅੰਦਰ ਇੱਕ ਗੱਲ ਆਮ ਕਰਕੇ ਹੁੰਦੀ ਹੈ, ਵੇਖੋ ਜੀ ਮੈਂ ਸਵੇਰੇ ਬਾਣੀ ਤੇ ਪੜ੍ਹਦਾ ਹੀ ਹੈ, ਮੈਂ ਗੁਰਦੁਆਰੇ ਸਾਹਿਬ ਵੀ ਜਾਂਦਾ, ਫਿਰ ਅੰਮ੍ਰਿਤ ਛਕਣ ਦੀ ਕੀ ਲੋੜ ਹੈ। ਇਹ ਆਮ ਕਰਕੇ ਅੱਜ ਸਾਡੇ ਬੱਚਿਆਂ ਦਾ ਵੀ ਸਵਾਲ ਹੈ ਤੇ ਸਾਡੇ ਵੱਡਿਆਂ ਦੇ ਵੀ ਹੈ। ਸਾਡੇ ਵਿੱਚ ਇੱਕ ਚੀਜ਼ ਇਹ ਘਰ ਕਰ ਚੁੱਕੀ ਹੈ, ਵੇਖੋ ਜੀ ਅੰਮ੍ਰਿਤ ਛਕਣ ਦੀ ਕੀ ਲੋੜ ਹੈ, ਬਾਣੀ ਪੜ੍ਹਨੀ ਹੈ, ਬਾਣੀ ਤੇ ਮੈਂ ਪੜ੍ਹਦਾ ਹੀ ਹੈ, ਮੈਂ ਗੁਰਦੁਆਰੇ ਵੀ ਆਉਣਾ ਹੈ, ਬਾਣੀ ਵੀ ਪੜ੍ਹਦਾ, ਫਿਰ ਮੈਨੂੰ ਅੰਮ੍ਰਿਤ ਦੀ ਕੀ ਲੋੜ ਹੈ। ਧਾਰਮਿਕ ਪੱਖੋਂ ਬਾਬਾ ਅਮਰਦਾਸ ਬੜੇ ਉੱਚੇ ਤੇ ਸੁੱਚੇ ਜੀਵਨ ਵਾਲੇ ਹੈ। ਤਕਰੀਬਨ 20 ਵਾਰੀ ਜਿਹੜਾ ਸੀ ਇਹ ਗੰਗਾ ਦਾ ਇਸ਼ਨਾਨ ਕਰਕੇ ਆਉਂਦੇ ਹੈ। 20 ਵਾਰੀ, ਇੱਕ ਵਾਰੀ ਕਿਤੇ ਬੰਦਾ ਹਜੂਰ ਸਾਹਿਬ ਹੋ ਆਵੇ ਨਾ, ਤੇ ਆਪਾਂ ਇੱਥੇ ਵੇਖਦੇ ਹਾਂ ਵੀ ਉਹ ਆ ਕੇ ਫਿਰ ਉਹ ਦੱਸਦਾ ਹੈ ਵੀ ਆਪਾਂ ਹਜੂਰ ਸਾਹਿਬ ਗਏ ਸੀ, ਉੱਥੇ ਆਹ ਸੇਵਾ ਕੀਤੀ, ਮਹਾਰਾਜ ਨੇ ਦਰਸ਼ਨ ਕਰਵਾੜੇ ਹੈ। ਤੇ ਜਿਹੜਾ ਉਹਨਾਂ ਸਮਿਆਂ ਦੇ ਵਿੱਚ 20 ਵਾਰੀ ਗੰਗਾ ਦੇ ਜਾ ਕੇ ਇਸ਼ਨਾਨ ਕਰਾਉਂਦਾ ਹੈ, ਉਹ ਤੇ ਆਪਣੇ ਆਪ ਨੂੰ ਕਿੱਡਾ ਉੱਚਾ ਤੇ ਸੁੱਚਾ, ਕਿੱਡਾ ਵੱਡਾ ਸਮਝਦਾ ਹੋਵੇਗਾ। ਫਿਰ ਉਹ ਵੀ ਉਹ ਸਮਾਂ ਜਦੋਂ ਲੋਕ ਤੁਰ ਕੇ ਜਾਇਆ ਕਰਦੇ ਸੀ, ਕੋਈ ਉਹਨਾਂ ਸਮਾਂ 'ਚ ਬੱਸਾਂ ਗੱਡੀਆਂ ਨਹੀਂ ਸਨ, ਤੁਰ ਕੇ ਜਾਣਾ, ਤੇ ਤੁਰ ਕੇ 20 ਵਾਰੀ ਜਿਹੜਾ ਗੰਗਾ ਦੇ ਇਸ਼ਨਾਨ ਕਰਕੇ ਆਇਆ ਹੈ। ਮੇਰਾ ਖਿਆਲ ਇਲਾਕੇ ਦੇ ਵਿੱਚ ਬਾਬਾ ਅਮਰਦਾਸ ਨੂੰ ਲੋਕ ਬੜਾ ਸਤਿਕਾਰ ਦਿੰਦੇ ਹੋਣਗੇ, ਮਾਣ ਦਿੰਦੇ ਹੋਣਗੇ। ਤੇ ਬਾਬੇ ਅਮਰਦਾਸ ਦੇ ਅੰਦਰ ਵੀ ਇਹ ਗੱਲ ਘਰ ਕਰ ਚੁੱਕੀ ਸੀ ਵੀ ਮੈਂ ਤੇ ਆਪਣੇ ਆਪ ਨੂੰ ਪਵਿੱਤਰ ਕਰ ਲਿਆ। ਹੁਣ ਜਦੋਂ 20 ਵਾਰੀ ਗੰਗਾ ਦੇ ਇਸ਼ਨਾਨ ਕਰਕੇ ਆਉਂਦੇ ਆ, ਰਸਤੇ ਵਿੱਚ ਅੱਗੇ ਵੀ ਰੁਕਦੇ ਸੀ। ਉਸ ਨਗਰ ਦੇ ਵਿੱਚ ਪੰਡਿਤ ਦੁਰਗਾ ਦਾਸ ਹੈ, ਜਿਹਦੇ ਘਰ ਦੇ ਵਿੱਚ ਇਹ ਨਿਵਾਸ ਰੱਖਿਆ ਜਾਂਦਾ ਸੀ। ਉਹ ਆਏ, ਜਿਹੜਾ ਗੰਗਾ ਤੇ ਇਸ਼ਨਾਨ ਕਰਨ ਜਾਂਦੇ ਸੀ, ਜਾਂਦਿਆਂ ਵੀ ਰਾਹੀ ਉਹਦੇ ਘਰ ਵਿੱਚ ਰੁਕਦੇ ਸੀ, ਆਉਂਦਿਆਂ ਵੀ ਉਹਦੇ ਘਰ ਵਿੱਚ ਰੁਕਦੇ ਸਨ। ਉਹ ਫਿਰ ਲੋਕ ਜਿਹੜੇ ਸੀ ਉਹਨੂੰ ਕੁਝ ਨਾ ਕੁਝ ਜਿਹੜਾ ਸੀ ਦੇ ਜਾਂਦੇ ਸੀ, ਜਿਹਦੇ ਨਾਲ ਉਹਦਾ ਲੰਗਰ ਪਾਣੀ, ਪ੍ਰਸ਼ਾਦਾ ਪਾਣੀ ਚੱਲਦਾ ਸੀ। ਹੁਣ ਬਾਬਾ ਅਮਰਦਾਸ ਜੀ ਜਦੋਂ ਦੁਰਗਾ ਦਾਸ ਉਸ ਬ੍ਰਾਹਮਣ ਦੇ ਘਰ ਦੇ ਅੰਦਰ ਆਰਾਮ ਪਏ ਕਰਦੇ ਆ, ਤੇ ਅਚਾਨਕ ਉਹਦਾ ਧਿਆਨ ਗੁਰੂ ਅਮਰਦਾਸ ਦੇ ਚਰਨਾਂ ਦੇ ਉੱਪਰ ਤੇ ਹੱਥਾਂ ਦੇ ਉੱਪਰ ਪਿਆ ਹੈ। ਉਹ ਜਿਹੜੀ ਕੁਝ ਵਿਦਿਆ ਸੀ, ਜਿਹੜੀ ਹਸਤ ਰੇਖਾ ਦੀ ਵਿਦਿਆ ਹੁੰਦੀ ਹੈ, ਇਹਦਾ ਕਾਫੀ ਮਾਰ ਸੀ, ਚੰਗਾ ਜਾਣੂ ਸੀ। ਜਦੋਂ ਉਹਨੇ ਬਾਬੇ ਅਮਰਦਾਸ ਦੇ ਚਰਨਾਂ ਦੀਆਂ ਰੇਖਾ ਤੇ ਹੱਥਾਂ ਦੀਆਂ ਰੇਖਾ ਦੇਖੀਆਂ ਨਾ, ਉਹਨੇ ਕਿਹਾ ਇਹ ਬੰਦਾ ਜਾਂ ਤੇ ਕੋਈ ਚੱਕਰਵਰਤੀ ਰਾਜਾ ਹੈ ਤੇ ਜਾਂ ਕੋਈ ਵੱਡਾ ਮਹਾਂਪੁਰਖ ਹੈ। ਇਹ ਰੇਖਾ ਕਿਸੇ ਮਹਾਂਪੁਰਖ ਦੇ ਜਾਂ ਕਿਸੇ ਚੱਕਰਵਰਤੀ ਰਾਜੇ ਦੇ ਹੋਇਆ ਕਰਦੀਆਂ ਨੇ। ਕਹਿੰਦੇ ਜਦੋਂ ਬਾਬਾ ਅਮਰਦਾਸ ਜੀ ਉੱਠੇ, ਖੀਸੇ ਦੇ ਵਿੱਚੋਂ ਕੁਝ ਪੈਸੇ ਕੱਢੇ, ਉਹਨੂੰ ਦੇਣ ਲੱਗੇ। ਉਹ ਕਹਿਣ ਲੱਗਾ ਨਹੀਂ, ਪਹਿਲਾਂ ਮੇਰੇ ਸਵਾਲ ਦਾ ਜਵਾਬ ਦੇਣਾ ਪਵੇਗਾ। ਬਾਬਾ ਅਮਰਦਾਸ ਜੀ ਕਹਿਣ ਲੱਗੇ ਦੱਸੋ। ਕਹਿਣ ਲੱਗੇ ਜਾਂ ਤੇ ਤੁਸੀਂ ਕੋਈ ਚੱਕਰਵਰਤੀ ਰਾਜੇ ਜੇ, ਆਪਣਾ ਭੇਸ ਬਦਲ ਕੇ ਜਾਂਦੇ ਜੇ ਤੁਸੀਂ, ਜਾਂ ਕੋਈ ਤੁਸੀਂ ਬਹੁਤ ਵੱਡੇ ਮਹਾਂਪੁਰਖ ਹੈ। ਬਾਬਾ ਅਮਰਦਾਸ ਹੱਸ ਪਏ, ਕਹਿਣ ਲੱਗੇ ਆਮ ਜ਼ਿਮੀਂਦਾਰ ਹੈ, ਖੇਤੀਬਾੜੀ ਦਾ ਧੰਦਾ ਕਰਦੇ ਹੈ, ਕੋਈ ਨਾ ਤੇ ਮਹਾਂਪੁਰਖ ਹੈ ਤੇ ਨਾ ਕੋਈ ਚੱਕਰਵਰਤੀ ਰਾਜਾ ਹੈ, ਬਾਸਰਕੇ ਨਗਰ ਹੈ ਮੇਰਾ। ਉਹਨੇ ਕਿਹਾ ਫਿਰ ਇੱਦਾਂ ਹੈ ਵੀ ਮੈਂ ਤੁਹਾਡੇ ਕੋਲੋਂ ਐਰਕੀ ਪੈਸੇ ਨਹੀਂ ਲੈਣੇ, ਉਹ ਸਮਾਂ ਆਉਣ ਵਾਲਾ ਹੈ, ਤੁਸੀਂ ਜਾਂ ਤੇ ਚੱਕਰਵਰਤੀ ਰਾਜੇ ਬਣਨਾ ਹੈ ਤੇ ਜਾਂ ਤੁਸੀਂ ਕੋਈ ਵੱਡੇ ਮਹਾਂਪੁਰਖ ਬਣਨੇ। ਮੇਰੇ ਨਾਲ ਇੱਕ ਵਾਅਦਾ ਕਰੋ, ਜਦੋਂ ਤੁਸੀਂ ਇਸ ਪਦਵੀ ਤੇ ਪਹੁੰਚ ਜਾਓਗੇ, ਉਦੋਂ ਮੈਂ ਜੋ ਤੁਹਾਡੇ ਤੋਂ ਮੰਗਾਂਗਾ ਤੁਹਾਨੂੰ ਦੇਣਾ ਪਵੇਗਾ। ਬਾਬਾ ਅਮਰਦਾਸ ਹੱਸ ਕੇ ਕਹਿੰਦੇ ਠੀਕ ਹੈ, ਭਲਿਆ ਤੇਰਾ ਨਾਲ ਵਾਅਦਾ ਰਿਹਾ। ਬਾਬਾ ਅਮਰਦਾਸ ਜੀ ਉੱਥੋਂ ਤੁਰੇ ਹੈ। ਰਸਤੇ ਦੇ ਵਿੱਚ ਇੱਕ ਸੰਨਿਆਸੀ ਸਾਧੂ ਦੇ ਨਾਲ ਮੇਲ ਜੁਲ ਹੋਇਆ, ਰੱਬ ਦੀਆਂ ਗੱਲਾਂ ਕੀਤੀਆਂ। ਹੁਣ 20 ਵਾਰੀ ਜਿਹੜਾ ਗੰਗਾ ਦੇ ਇਸ਼ਨਾਨ ਕਰਨ ਵਾਸਤੇ ਗਿਆ ਹੋਵੇ, ਇੱਥੇ 2-4 ਵਾਰੀ ਗੁਰਦੁਆਰੇ ਸਾਹਿਬ ਆ ਜਾਵੀਏ
ਤੇ ਬੰਦਾ ਤੀਸਰੀ ਵਾਰੀ ਜਿਹੜਾ ਵਾ ਫਿਰ ਉਹ ਮੱਤਾਂ ਦੇਣੀਆਂ ਸ਼ੁਰੂ ਕਰ ਦਿੰਦਾ ਵੀ ਇੱਥੋਂ ਇੱਦਾਂ ਹੋਣਾ ਚਾਹੀਦਾ, ਇੱਥੋਂ ਇੱਦਾਂ ਹੋਣਾ ਚਾਹੀਦਾ। ਤੇ ਜਿਹੜਾ ਘੱਟੋ ਘੱਟ 20 ਵਾਰੀ ਜਿਹੜਾ ਗੰਗਾ ਦੇ ਗਿਆ ਏ ਤੇ ਉਹਦੇ ਤੇ ਵਿਚਾਰ ਬੜੇ ਉੱਚੇ ਸੁੱਚੇ ਹੋਣਗੇ। ਜਦੋਂ ਬਾਬਾ ਅਮਰਦਾਸ ਜੀ ਦੇ ਨਾਲ ਵਿਚਾਰ ਕੀਤੇ, ਉਹ ਸੰਨਿਆਸੀ ਸਾਧੂ ਬੜਾ ਖੁਸ਼ ਹੋਇਆ। ਬਾਸਰ ਕੇ ਨਗਰ ਦੇ ਵਿੱਚ ਆ ਗਏ ਹੈ। ਕੱਚੇ ਘਰਾਂ ਦੇ ਉੱਪਰ ਚਬਾਰੇ ਹੋਇਆ ਕਰਦੇ ਸੀ, ਉੱਪਰ ਮੰਜਾ ਢਾ ਦਿੱਤਾ। ਬਾਬਾ ਅਮਰਦਾਸ ਉਸ ਸੰਨਿਆਸੀ ਸਾਧੂ ਨੂੰ ਪ੍ਰਸ਼ਾਦਾ ਪਾਣੀ ਛਕਾਇਆ, ਗੱਲਾਂ ਬਾਤਾਂ ਕੀਤੀਆਂ। ਤੇ ਅਚਾਨਕ ਸੰਨਿਆਸੀ ਨੇ ਪੁੱਛ ਲਿਆ, ਅਮਰਦਾਸ ਇੱਕ ਗੱਲ ਦੱਸੀ, ਤੇਰੇ ਵਿਚਾਰ ਬੜੇ ਉੱਚੇ ਤੇ ਸੁੱਚੇ, ਬੜੇ ਕਮਾਲ ਦੇ ਹੈ। 20 ਵਾਰੀ ਤੋਂ ਗੰਗਾ ਦਾ ਇਸ਼ਨਾਨ ਵੀ ਕਰ ਆਇਆ ਹੈ, ਪਰ ਤੇਰਾ ਗੁਰੂ ਕਿਹੜਾ ਹੈ? ਇੱਥੇ ਹੁਣ ਧਿਆਨ ਦਿਓ, ਬਾਬੇ ਅਮਰਦਾਸ ਦੇ ਬਚਨ ਗੁਰਬਾਣੀ ਦੇ ਅੰਦਰ ਆਉਂਦੇ ਹੈ ਕਿ ਸਤਿਗੁਰ ਬਾਝੋਂ ਗੁਰ ਨਹੀਂ ਕੋਈ, ਨਿਗੁਰੇ ਕਾ ਹੈ ਨਾਉ ਬੁਰਾ। ਬੱਚਾ ਠੀਕ ਹੈ, ਉਹ ਕਿਤਾਬਾਂ ਪੜ੍ਹ ਸਕਦਾ ਹੈ, ਆਪਣੇ ਘਰ ਦੇ ਵਿੱਚ ਜਿੰਨੀਆਂ ਮਰਜ਼ੀ ਕਿਤਾਬਾਂ ਪੜ੍ਹ ਕੇ ਉਹ ਗਿਆਨ ਹਾਸਲ ਕਰ ਸਕਦਾ ਹੈ, ਪਰ ਪੇਪਰ ਉਦੋਂ ਦੇਵੇਗਾ ਜਦੋਂ ਐਡਮਿਸ਼ਨ ਕਰਾਵੇਗਾ। ਸਰਟੀਫਿਕੇਟ ਉਦੋਂ ਮਿਲੇਗਾ ਜਦੋਂ ਐਡਮਿਸ਼ਨ ਹੋਈ ਹੋਵੇਗੀ। ਯਾਦ ਰੱਖਿਓ, ਵਿਦਿਆ ਜਿੰਨੀ ਮਰਜ਼ੀ ਪੜ੍ਹ ਲਵੇ, ਕਿਤਾਬਾਂ ਜਿੰਨੀਆਂ ਮਰਜ਼ੀ ਪੜ੍ਹ ਲਵੇ, ਉਹ ਜਦੋਂ ਵੀ ਕਿਤੇ ਕਿਸੇ ਨੌਕਰੀ ਦੇ ਵਾਸਤੇ ਜਾਵੇਗਾ, ਅਗਲੇ ਪਹਿਲਾਂ ਸਰਟੀਫਿਕੇਟ ਦੀ ਮੰਗ ਕਰਨਗੇ। ਯਾਦ ਰੱਖਿਓ, ਧਾਰਮਿਕ ਗ੍ਰੰਥ ਪੜ੍ਹ ਲੈਣੇ, ਧਾਰਮਿਕ ਪੋਥੀਆਂ ਪੜ੍ਹ ਲੈਣੀਆਂ, ਗੁਰਬਾਣੀ ਪੜ੍ਹ ਲੈਣੀ, ਬੜਾ ਗਿਆਨ ਹਾਸਲ ਹੋ ਸਕਦਾ ਹੈ, ਪਰ ਗੁਰੂ ਘਰ ਦੇ ਵਿੱਚ ਐਡਮਿਸ਼ਨ ਉਦੋਂ ਮਿਲਦੀ ਹੈ ਜਦੋਂ ਪੰਜਾਂ ਪਿਆਰਿਆਂ ਦੇ ਕੋਲੋਂ ਖੰਡੇ ਬਾਟੇ ਦੀ ਪਹੁ ਲੈ ਕੇ ਸਿੱਖ ਗੁਰੂ ਘਰ ਦੇ ਵਿੱਚ ਆਉਂਦਾ ਹੈ। ਇਹ ਮਨ ਦੇ ਵਿੱਚੋਂ ਇੱਕ ਵਹਿਮ ਕੱਢ ਦਈਏ ਵੀ ਗੁਰੂ ਦੀ ਲੋੜ ਕੋਈ ਨਹੀਂ ਗੀ। ਜੇ ਗੁਰੂ ਦੀ ਲੋੜ ਕੋਈ ਨਾ ਹੁੰਦੀ, ਵੈਸੇ ਮਨ ਉੱਚਾ ਤੇ ਸੁੱਚਾ ਰੱਖਣ ਦੀ ਲੋੜ ਹੁੰਦੀ, ਤੇ ਕਲਗੀਧਰ ਪਾਤਸ਼ਾਹ ਨੇ ਪੰਜਾਂ ਪਿਆਰਿਆਂ ਨੂੰ ਅੰਮ੍ਰਿਤ ਦੀ ਦਾਤ ਦੇਣ ਤੋਂ ਬਾਅਦ ਹੱਥ ਜੋੜ ਕੇ ਇਹ ਗੱਲ ਨਹੀਂ ਸੀ ਕਹਿਣੀ, ਦਇਆ ਸਿੰਘ ਇਹ ਅੰਮ੍ਰਿਤ ਦੀ ਦਾਤ ਮੈਨੂੰ ਵੀ ਦੇ ਦਿਓ। ਕਿਉਂਕਿ ਜੇ ਅਸੀਂ ਕਹਿੰਦੇ ਵੀ ਸਾਡਾ ਮਨ ਤੇ ਸਾਫ਼ ਹੈ, ਵੇਖੋ ਜੀ, ਮਨ ਸਾਫ਼ ਚਾਹੀਦਾ, ਹਰ ਬੰਦਾ ਇਹੀ ਗੱਲ ਕਹਿੰਦਾ, ਮਨ ਸਾਫ਼ ਚਾਹੀਦਾ ਹੈ। ਗੁਰਬਾਣੀ ਝੂਠੀ ਪੈ ਜਾਵੇਗੀ ਜਿਸ ਦਿਨ ਬੰਦੇ ਦਾ ਮਨ ਸਾਫ਼ ਹੋ ਜਾਵੇਗਾ। ਬੰਦੇ ਦਾ ਮਨ ਕਦੇ ਨਹੀਂ ਜੇ ਸਾਫ਼ ਹੁੰਦਾ। ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ, ਮੈਂ ਵਾਅਦੇ ਨਾਲ ਕਹਿੰਦਾ ਹੈ ਕਿ ਸਵਾਣ ਪੂਛ ਜਿਉ ਭਇਓ ਨਾ ਸੂਧੋ, ਬਹੁਤ ਯਤਨ ਮੈਂ ਕੀਨੋ, ਨਾ ਕੁੱਤੇ ਦੀ ਪੂਛ ਸਿੱਧੀ ਹੋ ਸਕਦੀ, ਨਾ ਬੰਦੇ ਦਾ ਮਨ ਸਿੱਧਾ ਹੋ ਸਕਦਾ ਹੈ। 12 ਸਾਲ ਕਿਸੇ ਨੇ ਵੰਝਲੀ 'ਚ ਪਾ ਛੱਡੀ ਕੁੱਤੇ ਦੀ ਪੂਛ, ਉਹਨੇ ਕਿਹਾ ਵੀ 12 ਸਾਲ ਹੋ ਗਏ, ਹੁਣ ਤੇ ਸਿੱਧੀ ਹੋ ਗਈ ਹੋਣੀ ਹੈ। 12 ਸਾਲਾਂ ਬਾਅਦ ਕੱਢੀ, ਉਹ ਫਿਰ ਵਿੰਗੀ ਦੀ ਵਿੰਗੀ, ਉਹ ਫਿਰ ਵਿੰਗ ਉੱਥੇ ਹੀ ਗਿਆ। ਬੰਦਾ ਜਿੰਨਾ ਮਰਜ਼ੀ ਕਹਿ ਦਵੇ ਮੇਰਾ ਮਨ ਸਾਫ਼ ਹੈ, ਪਵਿੱਤਰ ਹੈ, ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਮਨ ਦਾ ਕਦੇ ਕੋਈ ਭਰੋਸਾ ਨਹੀਂ। ਇਹ ਮਨ ਕੁੱਤੇ ਦੀ ਪੂਛ ਵਰਗਾ ਕਦੇ ਸਿੱਧਾ ਨਹੀਂ ਜੇ ਹੁੰਦਾ, ਇਹ ਹਮੇਸ਼ਾ ਵਿੰਗੇ ਦਾ ਵਿੰਗਾ ਰਹਿੰਦਾ। ਸੰਨਿਆਸੀ ਸਾਧੂ ਨੇ ਪੁੱਛਿਆ, ਅਮਰਦਾਸ ਤੇਰਾ ਗੁਰੂ? ਕਹਿਣ ਲੱਗੇ, ਜੀ ਗੁਰੂ ਦੀ ਲੋੜ ਹੈ। 20 ਵਾਰੀ ਗੰਗਾ ਦੇ ਇਸ਼ਨਾਨ ਕਰ ਲਿਆ ਹੈ। ਪੁਜਾਰੀ ਕਹਿੰਦਾ ਇੱਕ ਵਾਰੀ ਇਸ਼ਨਾਨ ਕਰ ਲਵੇ ਕੋਈ ਤੇ ਉਹਦੇ ਜਿਹੜੀ ਕਲਿਆਣ ਹੋ ਜਾਂਦੀ ਹੈ। ਗੁਰੂ ਕੋਈ ਨਹੀਂ, ਕਹਿਣ ਲੱਗੇ ਕੋਈ ਨਹੀਂ। ਤੇ ਉਸ ਸੰਨਿਆਸੀ ਨੇ, ਬ੍ਰਹਮਚਾਰੀ ਨੇ ਤੁਰ ਲੱਗਿਆਂ ਇੱਕ ਗੱਲ ਕਹੀ, ਅਮਰਦਾਸ ਮੇਰੀ ਕੀਤੀ ਹੋਈ ਜੀਵਨ ਯਾਤਰਾ, ਮੇਰੇ ਪੜ੍ਹੇ ਹੋਏ ਵੇਦ ਕਤੇਬ, ਮੇਰੇ ਕੀਤੇ ਹੋਏ ਦਾਨ ਪੁੰਨ, ਮੇਰਾ ਕੀਤਾ ਹੋਇਆ ਜਪ ਤਪ, ਅੱਜ ਸਾਰਾ ਕੁਝ ਹੀ ਬੇਅਰਥ ਚਲੇ ਗਿਆ। ਇੱਕ ਨਿਗੋਰੇ ਪੁਰਸ਼ ਦੇ ਘਰ ਦਾ ਮੈਂ ਪ੍ਰਸ਼ਾਦਾ ਛਕ ਲਿਆ। ਇਹ ਉਸ ਬ੍ਰਹਮਚਾਰੀ ਦੇ ਬੋਲ ਹੈ। ਭਾਈ ਵੀਰ ਸਿੰਘ ਨੂੰ ਕਿਤੇ ਪੜ੍ਹ ਕੇ ਦੇਖੋ, ਕਹਿੰਦੇ ਉਸ ਬ੍ਰਹਮਚਾਰੀ ਦੇ ਇਹ ਬੋਲ ਤੇ ਚਬਾਰੇ ਤੋਂ ਥੱਲੇ ਉਤਰਿਆ। ਬਾਬਾ ਅਮਰਦਾਸ ਦੀ ਹਿੰਮਤ ਨਹੀਂ ਪਈ ਉਹਨੂੰ ਆਵਾਜ਼ ਮਾਰ ਲਵੇ, ਉਹ ਬ੍ਰਹਮਚਾਰੀ ਚਲੇ ਗਿਆ। ਬਾਬਾ ਅਮਰਦਾਸ ਸਾਰੀ ਰਾਤ ਸੌ ਨਹੀਂ ਸਕਿਆ। ਅੱਜ ਗੁਰੂ ਦੀ ਲੋੜ ਹੈ। ਸਵੇਰ ਵੇਲਾ ਹੋਇਆ, ਜਦੋਂ ਬਾਹਰ ਨੂੰ ਨਿਕਲੇ ਹੈ, ਇਹਨਾਂ ਦੇ ਭਰਾ ਜਿਹੜੇ ਮਾਨਕ ਚੰਦ, ਉਹਨਾਂ ਦੇ ਪਰਿਵਾਰ ਦੇ ਵਿੱਚ ਜਿਹੜਾ ਸੀ ਗੁਰੂ ਅੰਗਦ ਸਾਹਿਬ ਦੀ ਪੁੱਤਰੀ ਬੀਬੀ ਅਮਰੋ ਜਿਹੜੀ ਸੀ, ਉਹ ਨਹੁੰ ਬਣ ਕੇ ਆਈ ਹੈ ਇਸੇ ਪਰਿਵਾਰ ਦੇ ਅੰਦਰ। ਉਹ ਸਵੇਰ ਦਾ ਵੇਲਾ ਹੈ ਤੇ ਬਾਣੀ ਪੜ੍ਹਦੀ ਪਈ ਹੈ। ਇੱਕ ਸ਼ਬਦ ਜਿਹੜਾ ਸੀ ਬਾਬੇ ਅਮਰਦਾਸ ਦੇ ਕੰਨਾਂ ਦੇ ਵਿੱਚ ਪਿਆ ਹੈ, ਕਰਨੀ ਕਾਗਦ ਮਨ ਵਸਵਾਣੀ, ਬੁਰਾ ਭਲਾ ਦੋਏ ਲੇਖ ਪਏ। ਜਦੋਂ ਇਹ ਪਾਵਨ ਬੋਲ ਕੰਨਾਂ ਦੇ ਵਿੱਚ ਪਿਆ ਤੇ ਇੱਕਦਮ ਪੈਰ ਖਲੋ ਗਏ ਹੈ। ਉਹ ਸ਼ਬਦ ਨੂੰ ਬਾਰ-ਬਾਰ ਸੁਣਿਆ। ਉਹ ਸ਼ਬਦ ਜਿਹੜਾ ਸੀ ਬੜੀ ਮਿੱਠੀ ਆਵਾਜ਼ ਵਿੱਚ ਬੀਬੀ ਅਮਰੋ ਜੀ ਪੜ੍ਹਦੇ ਪਏ ਨੇ। ਤੇ ਜਦੋਂ ਉਹ ਸ਼ਬਦ ਦੀ ਸਮਾਪਤੀ ਹੋਈ, ਪੈਰਾਂ ਦੀ ਆਹਟ ਸੁਣੀ, ਤੇ ਬੀਬੀ ਅਮਰੋ ਨੇ ਸਹੁਰੇ ਨੂੰ ਜਾਣ ਕੇ ਉਹਨਾਂ ਸਮਿਆਂ ਵਿੱਚ ਜਿਹੜਾ ਸੀ ਪੱਲਾ ਮੂੰਹ ਤੇ ਗਾੜੀ ਲੈਣ ਦੀ ਰਸਮ ਸੀ, ਮੂੰਹ ਢੱਕ ਲਿਆ। ਤੇ ਧੰਨ ਗੁਰੂ ਅਮਰਦਾਸ ਕਹਿਣ ਲੱਗੇ, ਧੀਏ ਇੱਕ ਵਾਰੀ ਇਹ ਸ਼ਬਦ ਫਿਰ ਪੜ੍ਹ ਕੇ ਸੁਣਾ। ਉਹਨੇ ਫਿਰ ਪੜ੍ਹਿਆ। ਕਹਿਣ ਲੱਗੇ, ਇਹ ਸ਼ਬਦ ਕਿਹਦਾ ਹੈ?
ਤੂੰ ਸ਼ਬਦ ਪੜ੍ਹਦੀ ਸੀ, ਮੈਨੂੰ ਇਉਂ ਲੱਗਦਾ ਸੀ ਜਿਵੇਂ ਕਿ ਕੋਈ ਜ਼ਖਮ ਦੇ ਉੱਪਰ ਮਲਮ ਲਾਉਂਦਾ ਹੋਵੇ ਤੇ ਠੰਡ ਪੈਂਦੀ ਹੋਵੇ। ਮੇਰੇ ਅੰਦਰ ਰਾਤ ਦੇ ਜਿਹੜੇ ਆ ਸੰਨਿਆਸੀ ਦੇ ਬੋਲਾਂ ਨੇ ਜ਼ਖਮ ਕਰਕੇ ਰੱਖ ਦਿੱਤੇ ਹੈ, ਪਰ ਇਹ ਜਦੋਂ ਤੂੰ ਸ਼ਬਦ ਪੜ੍ਹਿਆ ਏ ਮੈਨੂੰ ਇਉਂ ਲੱਗਾ ਜਿਵੇਂ ਕਿਸੇ ਨੇ ਮਲਮ ਲਾ ਦਿੱਤੀ ਹੋਵੇ। ਉਹਨੇ ਕਿਹਾ ਇਹ ਗੁਰੂ ਨਾਨਕ ਸਾਹਿਬ ਦੇ ਪਾਵਨ ਬੋਲ ਹੈ, ਕਿੱਥੇ ਮਿਲਣਗੇ? ਕਹਿਣ ਲੱਗੇ ਉਹਨਾਂ ਦੀ ਜਿਹੜੀ ਜੋਤ ਦੇ ਵਾਰਸ ਪਿਤਾ ਗੁਰੂ ਅੰਗਦ ਸਾਹਿਬ ਜੀ ਹਨ, ਤੁਸੀਂ ਕਈ ਵਾਰੀ ਮਿਲ ਚੁੱਕੇ ਹੋ। ਕਹਿਣ ਲੱਗੇ ਧੀਏ, ਅੱਗੇ ਮੈਂ ਕੁੜਮ ਬਣ ਕੇ ਮਿਲਿਆ ਹੋਵਾਂਗਾ, ਪਰ ਹੁਣ ਮੈਂ ਸਿੱਖ ਬਣ ਕੇ ਸੇਵਕ ਬਣ ਕੇ ਮਿਲਣਾ ਚਾਹੁੰਦਾ। ਮੈਨੂੰ ਲੈ ਚੱਲ। ਸਲਾਹ ਹੋਈ ਪਰਿਵਾਰ ਦੇ ਨਾਲ। ਬੀਬੀ ਅਮਰੋ ਜੀ ਆਪਣੇ ਸਹੁਰੇ ਬਾਬਾ ਅਮਰਦਾਸ ਨੂੰ ਲੈ ਕੇ ਤੇ ਇੱਕ ਗੱਲ ਕਹੀ ਸੀ, ਧੀਏ ਤੇਰਾ ਵੀ ਨਾਂ ਅਮਰੋ ਹੈ ਤੇ ਮੇਰਾ ਵੀ ਨਾਂ ਅਮਰਦਾਸ ਹੈ, ਪਰ ਧੀਏ ਤੂੰ ਗੁਰੂ ਦੇ ਨਾਲ ਜੁੜ ਕੇ ਅਮਰ ਹੋ ਚੁੱਕੀ ਹੈ, ਮੈਂ ਹਾਲੇ ਦੁਨੀਆ ਦੇ ਠੇਡੇ ਖਾਂਦਾ ਪਿਆ, ਮੇਰੇ ਤੇ ਤਰਸ ਕਰ। ਬੀਬੀ ਅਮਰੋ ਜੀ ਲੈ ਕੇ ਖਡੂਰ ਸਾਹਿਬ ਦੀ ਧਰਤੀ ਤੇ ਆਏ ਹੈ। ਜਾ ਕੇ ਪਿਤਾ ਗੁਰੂ ਜੀ ਨੂੰ ਦੱਸਿਆ, ਗੁਰੂ ਅੰਗਦ ਸਾਹਿਬ ਮਹਾਰਾਜ ਤਖਤ ਤੋਂ ਉੱਠੇ ਹੈ। ਜਦੋਂ ਬਾਹਾਂ ਫੈਲਾ ਕੇ ਮਿਲਣ ਲੱਗੇ ਨਾ, ਬਾਬੇ ਅਮਰਦਾਸ ਨੇ ਕਿਹਾ, ਨਹੀਂ ਪਾਤਸ਼ਾਹ ਅੱਜ ਕੁੜਮ ਬਣ ਕੇ ਨਹੀਂ, ਉਮਰ ਦੇ ਵਿੱਚ ਵੀ ਵੱਡੇ ਸਨ। ਕਹਿਣ ਲੱਗੇ ਅੱਜ ਕੁੜਮ ਬਣ ਕੇ ਨਹੀਂ, ਅੱਜ ਸਿੱਖ ਬਣ ਕੇ ਆਇਆ ਹੈ, ਅੱਜ ਚਰਨਾਂ ਵਿੱਚ ਝੁਕਣ ਵਾਸਤੇ ਆਇਆ, ਅੱਜ ਗਲੇ ਲੱਗਣ ਨਹੀਂ ਆਇਆ। ਬਾਬਾ ਅਮਰਦਾਸ ਗੁਰੂ ਅੰਗਦ ਸਾਹਿਬ ਦੇ ਚਰਨਾਂ ਤੇ ਝੁਕੇ ਹੈ, ਟਿਕ ਗਿਆ ਖਡੂਰ ਸਾਹਿਬ ਦੀ ਧਰਤੀ ਤੇ। ਰੋਜ਼ਾਨਾ ਦੀ ਸੇਵਾ ਵੇਖੀ ਹੈ, ਗੁਰੂ ਘਰ ਨੂੰ ਸਮਝਿਆ ਕਿ ਪਾਵਨ ਲਹਿਣਾ ਗੁਰੂ ਅੰਗਦ ਸਾਹਿਬ ਕਿਵੇਂ ਗੁਰੂ ਨਾਨਕ ਦੇ ਬਚਨਾਂ ਨੂੰ ਕਮਾ ਕੇ ਲੈਣੇ ਤੋਂ ਗੁਰੂ ਅੰਗਦ ਸਾਹਿਬ ਬਣੇ ਹੈ। ਪੁੱਤਰ ਖਾਲੀ ਰਹਿ ਗਏ ਸੀ, ਇਸ ਘਰ ਦੇ ਵਿੱਚ ਹੁਕਮ ਕਮਾਉਣ ਦੀ ਗੱਲ ਹੈ। ਤੇ ਬਸ ਪੁੱਛਿਆ ਵੀ ਸਭ ਤੋਂ ਔਖੀ ਸੇਵਾ? ਕਹਿਣ ਲੱਗੇ ਸਵੇਰ ਵੇਲੇ ਗੁਰੂ ਸਾਹਿਬ ਦਾ ਇਸ਼ਨਾਨ ਕਰਾਉਣਾ, ਗਾਗਰ ਜਲਦੀ ਭਰ ਕੇ ਲੈ ਕੇ ਆਉਣੀ। 72 ਸਾਲ ਦੀ ਉਮਰ ਕੋਈ ਛੋਟੀ ਉਮਰ ਨਹੀਂ। ਬਾਬੇ ਅਮਰਦਾਸ ਨੇ ਕਮਰ ਕੱਸਾ ਕੀਤਾ ਹੈ, ਗਾਗਰ ਜਿਹੜੀ ਪਕੜੀ ਹੈ, ਬਿਆਸਾ ਜਿਹੜਾ ਸੀ ਉਹਦੇ ਤੋਂ ਜਲ ਦੀ ਗਾਗਰ ਭਰ ਕੇ ਲੈ ਕੇ ਆਉਣੀ। ਗੁਰੂ ਅੰਗਦ ਸਾਹਿਬ ਦਾ ਪਹਿ ਰਾਤ ਰਹਿੰਦਿਆਂ ਇਸ਼ਨਾਨ ਕਰਾਉਣਾ, ਫਿਰ ਉਹਨਾਂ ਦੇ ਬਸਤਰ ਸਾਫ਼ ਕਰਨੇ, ਫਿਰ ਆਪ ਇਕਾਂਤ ਵਿੱਚ ਬੈਠ ਕੇ ਸਿਮਰਨ ਕਰਨਾ, ਫਿਰ ਉਸ ਤੋਂ ਬਾਅਦ ਲੰਗਰ ਵਿੱਚ ਸੇਵਾ ਕਰਨੀ। ਤੇ ਸਾਰੀ ਦਿਹਾੜੀ ਇਸੇ ਤਰ੍ਹਾਂ ਨਿਰੰਤਰ ਜਿਹੜੀ ਸੀ ਸੇਵਾ ਚੱਲਦੀ ਰਹਿਣੀ। ਸਾਲ ਇੱਕ ਲੰਘ ਗਿਆ ਤੇ ਉਹਨਾਂ ਸਮਿਆਂ ਦੇ ਵਿੱਚ ਸਾਲ ਬਾਅਦ ਗੁਰੂ ਘਰ ਦੀ ਬਖਸ਼ਿਸ਼ ਸਿਰਪਾਓ ਮਿਲਿਆ ਕਰਦੀ ਸੀ। ਜਿਹੜੇ ਬਹੁਤ ਗੁਰਸਿੱਖ ਮਨੋ ਭਾਵਨਾ ਦੇ ਨਾਲ ਸੇਵਾ ਕਰਿਆ ਕਰਦੇ ਸਨ, ਅੱਜ ਪਹਿਲੀ ਬਖਸ਼ਿਸ਼ ਗੁਰੂ ਅੰਗਦ ਸਾਹਿਬ ਗੁਰੂ ਨਾਨਕ ਦੇ ਦਰਬਾਰ ਦੇ ਵਿੱਚੋਂ ਬਾਬੇ ਅਮਰਦਾਸ ਨੂੰ ਪ੍ਰਾਪਤ ਹੋਈ ਹੈ। ਉਹ ਸਿਰਪਾਓ ਨੂੰ ਸਿਰ ਦੇ ਉੱਪਰ ਸਜਾਇਆ ਹੈ। ਰੋਜ਼ਾਨਾ ਫਿਰ ਉਹੀ ਸੇਵਾ। ਅੱਜ 12 ਸਾਲ ਦਾ ਸਮਾਂ ਲੰਘ ਗਿਆ ਤੇ 12 ਸਿਰਪਾਓ ਦੀਆਂ ਬਖਸ਼ਿਸ਼ਾਂ। ਉਹ ਸਿਰਪਾਓ ਵੇਖੋ ਰੋਜ਼ਾਨਾ ਕੇਸੀ ਇਸ਼ਨਾਨ ਵੀ ਕਰਨਾ, ਫਿਰ ਉਹ ਜਿਹੜੇ ਸੀ ਵਾਰੀ-ਵਾਰੀ ਸਿਰਪਾਓ ਸਿਰ ਤੇ ਸਜਾਉਣੇ। ਇਹ ਮੇਰੇ ਗੁਰੂ ਨਾਨਕ ਦੇ ਘਰ ਦੀਆਂ ਬਖਸ਼ਿਸ਼ਾਂ ਨੇ। ਅਸੀਂ ਸਿਰਪਾਓ ਜਿਹੜੇ ਸੀ ਨਾ, ਕੁਝ ਤੇ ਸਾਡੇ ਲੀਡਰਾਂ ਨੇ ਪਾਰਟੀ ਬਦਲੋ ਤੇ ਸਰੋਪਾ ਦੇ ਦਿਓ, ਕੁਝ ਅਸੀਂ ਉਹ ਸਿਰਪਾਓ ਦੀ ਮਹਾਨਤਾ ਘਟਾ ਕੇ ਰੱਖ ਦਿੱਤੀ ਹੈ ਤੇ ਸਾਨੂੰ ਨਾ ਕਿਸੇ ਨੇ ਦੱਸਿਆ ਹੀ ਹੈ ਵੀ ਸਿਰਪਾਓ ਦੀ ਮਹਾਨਤਾ ਕਿੱਡੀ ਵੱਡੀ ਹੈ। ਗੁਰੂ ਗ੍ਰੰਥ ਸਾਹਿਬ ਨੂੰ ਪੜ੍ਹਨ ਵਾਲਿਓ, ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ ਇੱਕ ਫੈਸਲਾ ਕੀਤਾ ਹੈ, ਪਹਿਰ ਸਿਰਪਾਓ ਸੇਵਕ ਜਨ ਮੇਲੇ, ਨਾਨਕ ਪ੍ਰਗਟ ਪਹਾਰੇ। ਗੁਰੂ ਨਾਨਕ ਦੇ ਘਰ ਦਾ ਸਿਰਪਾਓ ਜਿਹੜਾ ਇਹ ਪੈਰਾਂ ਤੋਂ ਲੈ ਕੇ ਸਿਰ ਤੱਕ ਤੇਰੇ ਪਰਦੇ ਕੱਜਣ ਵਾਲਾ ਹੈ, ਇਹਨੂੰ ਕਦੀ ਆਪਣੇ ਤੋਂ ਵੱਖਰਾ ਨਾ ਕਰੀ। ਇਹ ਗੁਰੂ ਨਾਨਕ ਦੇ ਘਰ ਦੀ ਬਖਸ਼ਿਸ਼ ਸਮਝ ਕੇ ਇਹਨੂੰ ਆਪਣੇ ਸੀਨੇ ਨਾਲ ਲਾ ਕੇ ਰੱਖੀ। ਅਸੀਂ ਕਈਆਂ ਨੇ ਗੱਡੀਆਂ ਸਾਫ਼ ਕਰਨ ਲਈ ਰੱਖ ਲਏ, ਕਿਸੇ ਨੇ ਘਰਾਂ ਦੀਆਂ ਕਿੱਲੀਆਂ ਤੇ ਕੋਈ ਤੇੜ ਬੰਨੀ ਫਿਰਦਾ ਹੈ। ਬਾਬੇ ਅਮਰਦਾਸ ਨੇ ਮੈਂ ਇਹ ਉੱਥੇ ਲੈ ਕੇ ਆਉਣਾ ਹੈ ਕਿ ਬਖਸ਼ਿਸ਼ ਸਿਰਪਾਓ ਦੇ ਨਾਲ ਕਿਹੜੀਆਂ ਬਖਸ਼ਿਸ਼ਾਂ ਮਿਲੀਆਂ। ਜਿਹੜੇ ਗੁਰੂ ਅਮਰਦਾਸ ਮਹਾਰਾਜ ਦਾ ਜੀਵਨ ਪੜ੍ਹਦੇ ਪਏ ਆ ਨਾ, ਉਹ ਜਦੋਂ ਸਿਰਪਾਓ ਗੁਰੂ ਅੰਗਦ ਸਾਹਿਬ ਸਿਰ ਤੋਂ ਲਾਉਂਦੇ ਤੇ ਕਿਹੜੀ ਕਿਹੜੀ ਬਖਸ਼ਿਸ਼ ਮਿਲੀ ਹੈ। ਹੁਣ 12 ਸਾਲ ਲੰਘ ਗਏ। ਅੱਜ ਉਹ ਸਮਾਂ ਆਇਆ ਜਦੋਂ ਬਾਬਾ ਅਮਰਦਾਸ ਹਨੇਰੀ ਤੇ ਝੱਖੜ ਦੇ ਅੰਦਰ, ਕਈਆਂ ਨੇ ਗੱਲਾਂ ਵੀ ਕੀਤੀਆਂ। ਬਾਬੇ ਅਮਰਦਾਸ ਨੇ ਕਿਉਂਕਿ ਇੱਕੋ ਮਨ ਦੇ ਅੰਦਰ ਪਰਨ ਕੀਤਾ ਸੀ, ਮਨਾਂ ਲੋਕਾਂ ਨੇ ਗੱਲਾਂ ਵੀ ਕਰਨੀਆਂ। ਲੋਕ ਕਹਿੰਦੇ ਕੁੜਮਾਂ ਦੇ ਆ ਕੇ ਬਹਿ ਗਿਆ ਰੋਟੀ ਖਾਣ ਦਾ ਮਾਰਾ। ਬਹੁਤ ਗੱਲਾਂ ਹੁੰਦੀਆਂ ਗੁਰਮੁਖੋ, ਯਾਦ ਰੱਖਿਓ ਜਦੋਂ ਤੁਸੀਂ ਸੱਚ ਦੇ ਮਾਰਗ ਤੇ ਚੱਲਦੇ ਆ ਨਾ, ਬਹੁਤ ਲੋਕ ਗੱਲਾਂ ਕਰਦੇ ਆ, ਪਰ ਯਾਦ ਰੱਖਿਓ ਜਿਹੜਾ ਉਹ ਆਪਣੇ ਜੀਵਨ ਦੀ ਮੰਜ਼ਿਲ ਨੂੰ ਚਲਾਈ ਜਾਂਦਾ ਹੈ, ਉਹ ਇੱਕ ਦਿਨ ਮੰਜ਼ਿਲ ਤੇ ਪਹੁੰਚ ਜਾਂਦਾ ਹੈ। ਗੱਲਾਂ ਕਰਨ ਵਾਲੇ ਖਾਲੀ ਰਹਿ ਜਾਂਦੇ, ਉਹ ਵੇਂਦੇ ਰਹਿੰਦੇ ਆ ਜਿਸ ਦਿਨ ਉਹ ਗੱਲਾਂ ਕਰਨ ਵਾਲਾ ਜਿਹੜਾ ਤਖਤ ਤੇ ਬੈਠ ਜਾਂਦਾ ਹੈ। ਬਾਬੇ ਅਮਰਦਾਸ ਨੂੰ ਗੱਲਾਂ ਹੋਈਆਂ
ਕਿਸੇ ਨੇ ਕਿਹਾ ਇਹ ਰੋਟੀ ਦੇ ਬਹਾਨੇ ਨਾਲ ਇੱਥੇ ਬਹਿ ਗਿਆ ਏ, ਇਹਦੇ ਪਰਿਵਾਰ ਵਾਲੇ ਪੁੱਛਦੇ ਨਹੀਂ। ਪਰ ਬਾਬੇ ਅਮਰਦਾਸ ਨੇ ਇੱਕੋ ਗੱਲ ਕਹਿਣੀ, ਭਲਿਓ ਮੈਂ ਜ਼ਿੰਦਗੀ ਦੇ 72 ਸਾਲ ਉੱਦਾਂ ਹੀ ਲੰਘਾ ਦਿੱਤੇ ਸੀ, ਹੁਣ ਮੈਨੂੰ ਲੋੜ ਹੈ ਮੈਂ ਰਾਤ ਦਿਨ ਇੱਕ ਕਰਕੇ ਮਿਹਨਤ ਕਰਦਾ, ਮੈਂ ਉੱਥੋਂ ਤੱਕ ਪਹੁੰਚ ਜਾਵਾਂ। ਤੁਹਾਨੂੰ ਕੀ ਪਤਾ ਹੈ ਅੱਜ 12 ਸਾਲ ਅੱਜ ਜਦੋਂ ਗਾਗਰ ਲੈ ਕੇ ਆਏ ਹੈ, ਜਲਾਏ ਦੇ ਕਿੱਲੇ ਦੇ ਨਾਲ ਪੈਰ ਜਿਹੜਾ ਸੀ ਉਹ ਅੜਿਆ, ਇੱਕਦਮ ਡਿੱਗੇ ਹੈ, ਗਾਗਰ ਨੂੰ ਸੰਭਾਲਿਆ ਹੈ। ਜਲਾਇਆ ਕਹਿੰਦਾ ਕੋਈ ਚੋਰ ਲੱਗਦਾ ਹੈ, ਜਲਾਈ ਕਹਿੰਦੀ ਚੋਰ ਕੀ ਹੋਣਾ ਹੈ, ਆਪਣੇ ਕੋਲੋਂ ਕੋਈ ਕੀ ਲੈ ਜਾਏਗਾ। ਇਹ ਅਮਰੂ ਨਿਥਾਵਾ ਉਹ ਠੇਡੇ ਖਾਂਦਾ ਤੁਰਿਆ ਫਿਰਦਾ, ਇਹਨੂੰ ਰਾਤ ਨੂੰ ਵੀ ਚੈਨ ਨਹੀਂ ਆਉਂਦਾ। ਬਾਬੇ ਅਮਰਦਾਸ ਨੇ ਗਾਗਰ ਸੰਭਾਲ ਕੇ ਕਿਹਾ ਸੀ, ਭੜੀਏ ਜਦੋਂ ਮੈਂ ਨਥਾਵਾ ਸੀ ਨਾ ਉਦੋਂ ਸੱਚੀ ਠੇਡੇ ਖਾਂਦਾ ਸੀ, 20 ਸਾਲ ਜ਼ਿੰਦਗੀ ਦੇ ਠੇਡੇ ਖਾਂਦਿਆਂ ਲੰਘ ਗਈ, 72 ਸਾਲ ਜ਼ਿੰਦਗੀ ਤੇ ਮੇਰੇ ਇਸੇ ਤਰ੍ਹਾਂ ਲੰਘ ਗਏ। ਪਰ ਜਦੋਂ ਦਾ ਖਡੂਰ ਸਾਹਿਬ ਗੁਰੂ ਅੰਗਦ ਸਾਹਿਬ ਦੀ ਧਰਤੀ ਤੇ ਆਇਆ ਹੈ, ਉਦੋਂ ਦਾ ਠੇਡਾ ਵੀ ਨਹੀਂ ਲੱਗਾ। ਗੁਰੂ ਸਾਹਿਬ ਨੇ ਆਪਣੇ ਚਰਨਾਂ ਵਿੱਚ ਜਗ੍ਹਾ ਵੀ ਦੇ ਦਿੱਤੀ ਹੈ। ਝੱਲੀ ਕਹਿ ਕੇ ਬਾਬਾ ਅਮਰਦਾਸ ਜਾ ਕੇ ਗੁਰੂ ਅੰਗਦ ਸਾਹਿਬ ਦਾ ਇਸ਼ਨਾਨ ਕਰਾਇਆ ਹੈ। ਜਲਾਈ ਨੂੰ ਝੱਲ ਹੋ ਗਿਆ ਹੈ। ਇੱਧਰ ਸਤਿਗੁਰ ਪਾਤਸ਼ਾਹ ਮਹਾਰਾਜ ਆਪਣਾ ਸਿਮਰਨ ਕਰਨ ਲੱਗ ਪਏ। ਬਾਬੇ ਅਮਰਦਾਸ ਨੇ ਆਪਣੀ ਸੇਵਾ ਕੀਤੀ ਹੈ। ਦਿਨ ਦਾ ਚੜਾ ਹੋਇਆ, ਜਲਾਇਆ ਜਲਾਈ ਨੂੰ ਲੈ ਕੇ ਆਇਆ ਹੈ। ਤੇ ਜਦੋਂ ਉਹਨੇ ਆ ਕੇ ਸਾਰੀ ਰਾਤ ਵਾਲੀ ਗੱਲ ਦੱਸੀ, ਬਾਬੇ ਅਮਰਦਾਸ ਨੂੰ ਬੁਲਾਇਆ ਗਿਆ। ਅਮਰਦਾਸ ਕੀ ਵਾਕਿਆ ਵਰਤਿਆ ਹੈ? ਤੇ ਭਾਈ ਵੀਰ ਸਿੰਘ ਹੁਣਾਂ ਨੇ ਬੜੇ ਸੋਹਣੇ ਸ਼ਬਦ ਲਿਖੇ ਹੈ। ਬਾਬੇ ਅਮਰਦਾਸ ਨੇ ਹੱਥ ਜੋੜ ਕੇ ਕਿਹਾ, ਮਹਾਰਾਜ ਤੁਹਾਨੂੰ ਸਾਰਾ ਪਤਾ ਹੀ ਹੈ। ਕਹਿਣ ਲੱਗੇ, ਨਹੀਂ ਅਮਰਦਾਸ ਇੱਕ ਵਾਰੀ ਦੱਸ ਤੇ ਸਹੀ। ਮਹਾਰਾਜ ਕਿੱਲੀ ਦੇ ਨਾਲ ਠੇਡਾ ਲੱਗ ਕੇ ਡਿੱਗ ਪਿਆ ਸੀ। ਜਦੋਂ 3 ਵਾਰੀ ਇਹ ਸ਼ਬਦ ਪੁੱਛੇ ਤੇ 3 ਵਾਰੀ ਇਹ ਕਿਹਾ, ਮਹਾਰਾਜ ਕਿੱਲੀ ਦੇ ਨਾਲ ਠੇਡਾ ਲੱਗ ਕੇ ਡਿੱਗ ਪਿਆ ਸੀ। ਤੇ ਗੁਰੂ ਅੰਗਦ ਸਾਹਿਬ ਮਹਾਰਾਜ ਨੇ ਕਿਹਾ, ਅਮਰਦਾਸ 12 ਸਾਲ ਹੋ ਗਏ ਆ ਢੀਕਦੇ ਨੂੰ, ਕਦੋਂ ਅਮਰਦਾਸ ਡਿੱਗੇ, ਇਹਨੂੰ ਡਿੱਗੇ ਹੋਏ ਨੂੰ ਚੁੱਕ ਕੇ ਤਖਤ ਤੇ ਬਿਠਾਲਦੇ ਆ। ਬਾਬੇ ਅਮਰਦਾਸ ਜੀ ਦੇ ਜੀਵਨ ਦੇ ਵਿੱਚੋਂ ਇੱਕ ਗੱਲ ਜਿਹੜੀ ਹੈ ਉਹ ਸਿੱਧ ਹੁੰਦੀ ਹੈ ਗੁਰਮਖੋ, ਕਿ ਯਾਦ ਰੱਖੋ ਕੋਈ ਦੁਨੀਆ ਦੀ ਧਨ ਦੌਲਤ ਵਾਸਤੇ ਡਿੱਗਦਾ ਏ, ਕੋਈ ਜ਼ਮੀਨਾਂ ਵਾਸਤੇ ਡਿੱਗਦਾ ਏ, ਕੋਈ ਧਨ ਦੌਲਤ ਵਾਸਤੇ ਡਿੱਗਦਾ ਏ, ਕੋਈ ਵਕਾਰਾਂ ਵਾਸਤੇ ਡਿੱਗਦਾ ਏ, ਕੋਈ ਪਰਿਵਾਰਾਂ ਵਾਸਤੇ ਡਿੱਗਦਾ ਏ। ਬਾਬੇ ਅਮਰਦਾਸ ਨੇ ਕਿਹਾ ਜਿਹੜਾ ਗੁਰੂ ਵਾਸਤੇ ਡਿੱਗਦਾ ਏ, ਗੁਰੂ ਡਿੱਗੇ ਨੂੰ ਚੁੱਕ ਕੇ ਤਖਤ ਤੇ ਬਿਠਾ ਦਿੰਦਾ ਏ। ਜਿਹੜਾ ਗੁਰੂ ਵਾਸਤੇ ਡਿੱਗਦਾ ਏ ਨਾ, ਗੁਰੂ ਉਹਨੂੰ ਡਿੱਗੇ ਹੋਏ ਨੂੰ ਤਖਤ ਤੇ ਬਿਠਾ ਦਿੰਦਾ ਏ। ਜਿਹੜਾ ਦੁਨੀਆ ਵਾਸਤੇ ਡਿੱਗਦਾ ਏ ਉਹਨੂੰ ਕੇਵਲ ਠੋਕਰਾਂ ਹੀ ਵੱਜਦੀਆਂ ਰਹਿੰਦੀਆਂ ਸਾਰੀ ਜ਼ਿੰਦਗੀ। ਧੰਨ ਗੁਰੂ ਅੰਗਦ ਸਾਹਿਬ ਨੇ ਅੱਜ ਆਪ ਇਸ਼ਨਾਨ ਕਰਾਇਆ, ਆਪਣੇ ਤਖਤ ਤੇ ਬਿਠਾੜਿਆ। ਹੁਣ ਯਾਦ ਰੱਖਿਓ ਜਿਹੜੇ 12 ਸਿਰਪਾਓ ਹੈ ਉਹ ਹੁਣ ਗੁਰੂ ਅੰਗਦ ਸਾਹਿਬ ਲਾਉਣ ਲੱਗੇ ਹੈ। ਤੇ ਯਾਦ ਰੱਖਿਓ ਜਦੋਂ ਸਿਰਪਾਓ ਦੀ ਦਾਤ ਗੁਰੂ ਘਰ ਵਿੱਚੋਂ ਮਿਲਦੀ ਹੈ, ਉਦੋਂ ਬਾਬੇ ਅਮਰਦਾਸ ਦੀਆਂ ਬਖਸ਼ਿਸ਼ਾਂ ਨੂੰ ਚੇਤੇ ਰੱਖਿਆ ਕਰੋ। ਪਹਿਲਾ ਸਰੋਪਾ ਲਾਇਆ ਤੇ ਕੀ ਕਿਹਾ, ਅਮਰਦਾਸ ਨਿਮਾਣਿਆਂ ਦਾ ਮਾਣ। ਦੂਜਾ ਸਰੋਪਾ ਲਾਇਆ, ਅਮਰਦਾਸ ਨਿਤਾਣਿਆਂ ਦਾ ਤਾਣ। ਤੀਜਾ ਸਰੋਪਾ ਲਾਇਆ, ਅਮਰਦਾਸ ਨਿਓਟਿਆਂ ਦੀ ਓਟ। ਚੌਥਾ ਸਰੋਪਾ ਲਾਇਆ, ਅਮਰਦਾਸ ਨਿਗੱਤਿਆਂ ਦੀ ਗੱਤ। ਪੰਜਵਾਂ ਸਰੋਪਾ ਲਾਇਆ, ਅਮਰਦਾਸ ਨਿਪੱਤਿਆਂ ਦੀ ਪੱਤ। ਇੱਕ ਇੱਕ ਸਰੋਪਾ ਲਾਇਆ ਤੇ 12 ਬਖਸ਼ਿਸ਼ਾਂ, 12 ਸਿਰਪਾਓ, 12 ਬਖਸ਼ਿਸ਼ਾਂ ਗੁਰੂ ਅੰਗਦ ਸਾਹਿਬ ਨੇ ਗੁਰੂ ਅਮਰਦਾਸ ਜੀ ਨੂੰ ਬਖਸ਼ੀਆਂ। ਤੇ ਭੱਟਾ ਨੇ ਉੱਥੇ ਕਹਿ ਦਿੱਤਾ, ਘਨ ਹਰ ਬੂੰਦ ਬਸੋ ਰਮਾਵਲ, ਕੁਸਮ ਬਸੰਤ ਗਨੰਤ ਨ ਆਵੇ, ਰਬ ਸਸ ਕਿਰਨ ਉਦਰ ਸਾਗਰ ਕੋ, ਗੰਗ ਤਰੰਗ ਅੰਤ ਕੋ ਪਾਵੇ, ਰੁਦਰ ਧਿਆਨ ਗਿਆਨ ਸਤਿਗੁਰ ਕੇ, ਕਬ ਜਨ ਭੱਲੇ ਭੱਲ ਉਣੇ ਜਨ ਜੋ ਗਾਵੇ, ਭੱਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਹੇ ਬਣ ਆਵੇ। ਇਹ 12 ਬਖਸ਼ਿਸ਼ਾਂ, 12 ਸਿਰਪਾਓ ਲਾਏ। ਇਹ 12 ਬਖਸ਼ਿਸ਼ਾਂ ਜਿਹੜੀਆਂ ਆਪਾਂ ਕਹਿੰਦੇ ਗੁਰੂ ਅਮਰਦਾਸ ਨਿਮਾਣਿਆਂ ਦੇ ਮਾਨ, ਨਿਤਾਣਿਆਂ ਦੇ ਤਾਨ, ਨਿਓਟਿਆਂ ਦੀ ਓਟ, ਨਿਆਸਰਿਆਂ ਦੀ ਆਸਰੇ, ਨਿਗੱਤਿਆਂ ਦੀ ਗੱਤ, ਨਿਪੱਤਿਆਂ ਦੀ ਪੱਤ, ਨਧਿਰਿਆਂ ਦੀ ਧਿਰ। ਇਹ 12 ਬਖਸ਼ਿਸ਼ਾਂ ਜਿਹੜੀਆਂ ਸੀ ਇਹ ਗੁਰੂ ਅੰਗਦ ਸਾਹਿਬ ਨੇ ਇੱਕ ਇੱਕ ਸਰੋਪਾ ਲਾ ਕੇ ਇੱਕ ਇੱਕ ਬਖਸ਼ਿਸ਼ ਕੀਤੀ ਸੀ। ਜਦੋਂ ਗੁਰੂ ਘਰ ਦੇ ਵਿੱਚੋਂ ਬਖਸ਼ਿਸ਼ ਮਿਲਦੀ ਹੈ, ਯਾਦ ਰੱਖਿਆ ਕਰੋ ਇਹ ਨਿਮਾਣਿਆਂ ਨੂੰ ਮਾਣ ਕੇਵਲ ਗੁਰੂ ਘਰ ਵਿੱਚੋਂ ਮਿਲਦਾ ਏ। ਇੱਥੇ ਨਿਓਟਿਆਂ ਨੂੰ ਓਟ ਕੇਵਲ ਗੁਰੂ ਘਰ ਵਿੱਚੋਂ ਮਿਲਦੀ ਹੈ। ਉਹ ਧੰਨ ਗੁਰੂ ਅਮਰਦਾਸ ਮਹਾਰਾਜ ਤਖਤ ਤੇ ਬੈਠੇ ਤੇ ਵੇਖੋ ਗੁਰੂ ਤੇ ਸਿੱਖ ਦਾ ਪਿਆਰ। ਸਤਿਗੁਰੂ ਗੁਰੂ ਅੰਗਦ ਸਾਹਿਬ ਕਹਿਣ ਲੱਗੇ, ਜਲਾਇਆ ਜਿੱਥੇ ਸਾਡਾ ਸੇਵਕ ਡਿੱਗਾ ਸੀ ਨਾ, ਉਹ ਜ਼ਮੀਨ ਅਸੀਂ ਖਰੀਦਣੀ ਚਾਹੁੰਦੀ ਹੈ, ਕਿੰਨੇ ਪੈਸੇ ਚਾਹੀਦੇ ਹੈ? ਪੈਸੇ ਦੇ ਕੇ ਜਗ੍ਹਾ ਖਰੀਦੀ। ਕਹਿਣ ਲੱਗੇ ਹੁਣ ਅਸੀਂ ਸਰੀਰ ਛੱਡ ਦੇਣਾ ਹੈ,
ਜਿੱਥੇ ਸਾਡਾ ਅਮਰਦਾਸ ਡਿੱਗਾ ਸਾਡੇ ਸਰੀਰ ਦਾ ਸੰਸਕਾਰ ਉਸ ਜਗ੍ਹਾ ਤੇ ਕਰ ਦਿਓ। ਇਹ ਸੀ ਗੁਰੂ ਤੇ ਸਿੱਖ ਦਾ ਪਿਆਰ। ਸਤਿਗੁਰ ਗੁਰੂ ਅਮਰਦਾਸ ਮਹਾਰਾਜ ਰਹਿਮਤ ਕਰਨ, ਆਪਣੇ ਚਰਨਾਂ ਦਾ ਪਿਆਰ ਗੁਰਸਿੱਖੀ ਵਾਲੇ ਜੀਵਨ ਬਖਸ਼ਣ, ਜਿਸ ਸਦਕਾ ਇਹ ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੁਣ ਅਗਲਾ ਜੋ ਵੀ